ਸਤਿ ਸ੍ਰੀ ਅਕਾਲ। ਮਨ ਦੀ ਅਦਭੁਤ ਸ਼ਕਤੀ ਨਾਲ ਜੀਵਨ ਵਿੱਚ ਕਮਾਲ ਕਰਨੀ ਸਿੱਖੋ। ਸਾਡਾ ਜੀਵਨ ਸਾਡੇ ਵਾਸਤੇ ਹੈ, ਉਸ ਨੂੰ ਅਸੀਂ ਜੀਣਾ ਹੈ, ਅਸੀਂ ਰਹਿਣਾ ਹੈ। ਸਾਰੀ ਖੁਸ਼ੀ ਵੀ ਸਾਡੀ ਹੀ ਹੈ, ਪਰ ਕਿੰਤੂ ਪ੍ਰੰਤੂ ਕਰਕੇ ਅਸੀਂ ਦੂਸਰਿਆਂ ਦੀਆਂ ਸ਼ਰਤਾਂ 'ਤੇ ਜੀਵਨ ਜਿਉਂਦੇ ਹਾਂ, ਇਸ ਲਈ ਦੁਖੀ ਹਾਂ। ਜੇ ਚੰਗਾ ਕਰੋ ਤਾਂ ਮੁਸ਼ਕਲ, ਜੇ ਨਾ ਚੰਗਾ ਕਰੋ ਤਾਂ ਮੁਸ਼ਕਲ। ਜੇ ਕਰ ਰਹੇ ਹਾਂ ਤਾਂ ਕਹਿਣਗੇ ਤੁਸੀਂ ਤਾਂ ਲੱਗੇ ਹੀ ਰਹਿੰਦੇ ਹੋ, ਥੋੜ੍ਹਾ ਆਰਾਮ ਵੀ ਕਰ ਲਿਆ ਕਰੋ। ਜੇ ਆਰਾਮ ਕਰੋ ਤਾਂ ਕਹਿੰਦੇ ਹਨ ਆਰਾਮ ਹਰਾਮ ਹੈ। ਕੋਈ ਵੀ ਸਿਧਾਂਤ ਇੱਕ ਦਿਨ ਵਿੱਚ ਨਹੀਂ ਬਣਦਾ, ਉਸ ਨੂੰ ਬਣਾਉਣ ਵਾਲੇ ਨੇ ਦਿਨ ਰਾਤ ਮਿਹਨਤ ਕੀਤੀ ਹੁੰਦੀ ਹੈ, ਤਾਂ ਜਾ ਕੇ ਇੱਕ ਸਿਧਾਂਤ ਦਾ ਨਿਰਮਾਣ ਹੁੰਦਾ ਹੈ। ਕਿਸੇ ਵੀ ਖੋਜ ਵਿੱਚ, ਚਾਹੇ ਵਿਗਿਆਨ, ਚਾਹੇ ਸਮਾਜ ਸ਼ਾਸਤਰ ਜਾਂ ਦਰਸ਼ਨ ਸ਼ਾਸਤਰ, ਸਾਰਿਆਂ ਦੇ ਰਚਨਾ ਕਰਨ ਵਾਲਿਆਂ ਨੇ ਕੀ ਕੁਝ ਨਹੀਂ ਕੀਤਾ ਹੋਵੇਗਾ। ਕੁਝ ਲਿਖਣਾ, ਫਿਰ ਉਸ ਨੂੰ ਆਡਿਟ ਕਰਨਾ, ਫਿਰ ਠੀਕ ਨਹੀਂ ਲੱਗਿਆ ਉਸ ਨੂੰ ਫਿਰ ਬਣਾਉਣਾ, ਤਾਂ ਜਾ ਕੇ ਇੱਕ ਛੋਟਾ ਜਿਹਾ ਟੌਪਿਕ ਤਿਆਰ ਹੁੰਦਾ ਹੈ। ਪਰ ਉਸ ਉੱਤੇ ਫੋਕਸ ਹੋਣ ਲਈ ਉਹਨਾਂ ਨੇ ਪਹਿਲਾਂ ਤਾਂ ਦੁਨੀਆਦਾਰੀ ਛੱਡੀ ਹੋਵੇਗੀ। ਉਹਨਾਂ ਦੇ ਕੋਲ ਤਾਂ ਸਮਾਂ ਹੀ ਨਹੀਂ ਹੋਵੇਗਾ ਦੇਖਣ ਦਾ ਕਿ ਦੁਨੀਆ ਵਿੱਚ ਕੀ ਹੋ ਰਿਹਾ ਹੈ, ਲੋਕ ਕੀ ਕਹਿ ਰਹੇ ਹਨ, ਜਾਂ ਸਾਡੇ ਘਰ ਵਾਲੇ ਕੀ ਸੋਚ ਰਹੇ ਹਨ। ਇਹ ਸਭ ਚੀਜ਼ਾਂ ਸਾਰੇ ਖੇਤਰਾਂ ਵਿੱਚ ਲਾਗੂ ਹੁੰਦੀਆਂ ਹਨ, ਬੇਸ਼ੱਕ ਉਹ ਵਿਗਿਆਨ ਹੋਵੇ ਜਾਂ ਅਧਿਆਤਮਕ। ਸਭ ਵਿੱਚ ਇਹ ਚੀਜ਼ਾਂ ਬਰਾਬਰ ਕੰਮ ਕਰਦੀਆਂ ਹਨ। ਕੋਈ ਵੀ ਇਤਿਹਾਸ ਲਿਖਣੇ ਵਾਸਤੇ ਸਿਰਫਿਰਾ ਹੋਣਾ ਪੈਂਦਾ ਹੈ। ਇੱਥੇ ਸਿਰਫਿਰੇ ਦਾ ਮਤਲਬ ਉਸ ਵਿਸ਼ੇ ਦੇ ਪ੍ਰਤੀ ਕਾਫੀ ਚੀਜ਼ਾਂ ਦਾ ਤਿਆਗ ਕਰਕੇ ਅੱਗੇ ਵਧਣਾ ਪੈਂਦਾ ਹੈ। ਖਾਣੇ ਪੀਣੇ ਸੌਣੇ ਤੱਕ ਦੀ ਵੀ ਫੁਰਸਤ ਨਹੀਂ ਮਿਲਦੀ। ਇਸ ਤਰ੍ਹਾਂ ਦੀ ਸਥਿਤੀ ਬਣੇ ਤਾਂ ਕੁਝ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਸਭ ਕੁਝ ਠੀਕ ਹੋ ਜਾਵੇ, ਪਰ ਕਰਨਾ ਕੁਝ ਨਾ ਪਵੇ। ਠੀਕ ਤਾਂ ਸਭ ਕੁਝ ਜ਼ਰੂਰ ਹੋ ਜਾਵੇਗਾ, ਪਰ ਉਸ ਲਈ ਕੁਝ ਕਰਨਾ ਪਵੇਗਾ। ਪਰ ਜੋ ਸਾਡੀਆਂ ਮਜਬੂਰੀਆਂ ਹਨ ਉਹ ਸਾਨੂੰ ਅੱਗੇ ਨਹੀਂ ਵਧਣ ਦਿੰਦੀਆਂ। ਵਿੱਚ ਰਿਸ਼ਤੇ ਵੀ ਨਿਭਾਉਣੇ ਹਨ। ਕਿਸੇ ਨੂੰ ਵੀ ਕੁਝ ਠੀਕ ਕਰਨ ਵਾਸਤੇ ਨਾ ਕਹੋ, ਸਿਰਫ ਤੁਹਾਨੂੰ ਆਪਣੇ ਵਿਚਾਰ ਹੀ ਠੀਕ ਕਰਨੇ ਪੈਣੇ ਹਨ। ਤਾਂ ਕਹਿੰਦੇ ਹਨ ਭਾਈ ਇਹ ਸ਼ਰਤ ਤਾਂ ਸਾਡੇ ਕੋਲ ਨਹੀਂ ਪੁੱਗਦੀ, ਤੁਸੀਂ ਤਾਂ ਆਪਣਾ ਟਾਈਮ ਵੇਸਟ ਕਰ ਰਹੇ ਹੋ। ਤਾਂ ਹੀ ਤਾਂ ਜ਼ਿੰਦਗੀ ਵਿੱਚ ਚਮਤਕਾਰ ਨਹੀਂ ਹੁੰਦੇ। ਫਿਰ ਆਤਮ ਗਿਆਨੀ ਵੀ ਸਾਰੇ ਲੋਕਾਂ ਦੀ ਤਰ੍ਹਾਂ ਸਭ ਕੁਝ ਵਰਤਦੇ ਹਨ, ਬਾਕੀ ਸਭ ਦੀ ਤਰ੍ਹਾਂ ਰਹਿੰਦੇ ਹਨ, ਸਭ ਸਾਧਨ ਵਰਤਦੇ ਹਨ, ਮੋਬਾਈਲ ਫੋਨ, ਈਅਰਫੋਨ, ਲੈਪਟਾਪ, ਸਭ ਕੁਝ ਉਸੇ ਤਰ੍ਹਾਂ ਹੈ। ਕੁਝ ਵੀ ਤੁਸੀਂ ਜਾਂ ਅਸੀਂ ਨਹੀਂ ਬਦਲਿਆ, ਅਤੇ ਸਭ ਚਾਹੁੰਦੇ ਹਨ ਕਿ ਤੁਸੀਂ ਵੀ ਉਹਨਾਂ ਦੀ ਤਰ੍ਹਾਂ ਹੀ ਰਹੋ। ਪਰ ਕੁਝ ਅਲੱਗ ਕਰਨ ਵਾਸਤੇ ਕੁਝ ਅਲੱਗ ਤਰੀਕੇ ਨਾਲ ਰਹਿਣਾ ਪੈਂਦਾ ਹੈ। ਆਮ ਦੁਨੀਆ ਵਿੱਚ ਹੀ ਦੇਖ ਲਵੋ, ਜਦੋਂ ਕਿਸੇ ਨੂੰ ਕਿਸੇ ਨਾਲ ਆਕਰਸ਼ਣ ਹੋ ਜਾਂਦਾ ਹੈ ਤਾਂ ਉਹ ਸਭ ਕੁਝ ਭੁੱਲ ਕੇ, ਦੁਨੀਆਦਾਰੀ ਛੱਡ ਕੇ, ਉਸ ਦੇ ਨਿਯਮਾਂ ਤੇ ਸ਼ਰਤਾਂ 'ਤੇ ਆਖਰ ਤੱਕ ਜੀਵਨ ਜਿਉਂਦਾ ਹੈ। ਉਸ ਵਕਤ ਕੋਈ ਲੱਖ ਸਮਝਾਵੇ ਉਹ ਮੰਨਦਾ ਹੀ ਨਹੀਂ। ਇਹ ਹੈ ਆਮ ਦੁਨੀਆ ਦੀ ਗੱਲ, ਜਿੱਥੇ ਕੋਈ ਸੁਰੱਖਿਆ ਵੀ ਨਹੀਂ ਹੈ, ਹਰ ਸਮੇਂ ਅਸੁਰੱਖਿਆ ਵਿੱਚ ਰਹਿੰਦੇ ਹਨ। ਇਸੇ ਤਰ੍ਹਾਂ ਜੇ ਪਰਮ ਪਿਤਾ ਪਰਮਾਤਮਾ ਨਾਲ ਇੰਨਾ ਲਗਾਵ, ਇੰਨਾ ਪਿਆਰ ਹੋ ਜਾਵੇ ਤਾਂ ਉਹਦੇ ਸਾਹਮਣੇ ਕੀ ਦੁਨੀਆ ਤਾਂ ਕੀ ਦੁਨੀਆਦਾਰੀ। ਜੇ ਸਿਰਫ ਦੁਨੀਆਦਾਰੀ ਨਿਭਾਉਣੀ ਹੈ, ਇਹ ਤਾਂ ਪੂਰਾ ਜੀਵਨ ਜਦ ਤੱਕ ਜਿਉਂਦੇ ਹੋ ਉਦੋਂ ਤੱਕ ਪਿੱਛਾ ਨਹੀਂ ਛੱਡਣ ਵਾਲੇ। ਕਦੇ ਕੋਈ ਕਹਿੰਦਾ ਹੈ ਮੇਰੀ ਮਾਂ ਬਿਮਾਰ ਹੈ, ਕੋਈ ਕਹਿੰਦਾ ਹੈ ਪਿਤਾ ਬਿਮਾਰ ਹੈ। ਜੇ ਕਿਸੇ ਦੇ ਮਾਂ ਬਾਪ ਨਹੀਂ ਹੈ ਤਾਂ ਉਸ ਦਾ ਫਿਕਰ ਸਾਡੇ ਪਰਿਵਾਰ ਨੂੰ ਕੌਣ ਪਾਲੇਗਾ। ਅਧਿਆਤਮਕ ਜੀਵਨ ਇਹ ਸੋਚ ਕੇ ਨਾ ਜੀਵੋ ਕਿ ਤੁਹਾਨੂੰ ਥੋੜ੍ਹਾ ਜਿਹਾ ਸਹਾਰਾ ਮਿਲ ਜਾਵੇਗਾ। ਪਰਮਾਤਮਾ ਤਾਂ ਸਾਨੂੰ ਪੂਰਾ ਸਹਾਰਾ ਦਿੰਦਾ ਹੈ, ਉਹ ਤਾਂ ਸਾਨੂੰ ਆਤਮ ਨਿਰਭਰ ਬਣਾਉਣਾ ਚਾਹੁੰਦਾ ਹੈ। ਪਰ ਅਸੀਂ ਛੋਟੇ ਛੋਟੇ ਸਹਾਰਿਆਂ ਨੂੰ ਲਈ ਬੈਠੇ ਹਾਂ ਅਤੇ ਉਹਨਾਂ ਨੂੰ ਦੁੱਖ ਦਿੰਦੇ ਹਾਂ ਅਤੇ ਉਹਨਾਂ ਤੋਂ ਦੁੱਖ ਲੈਂਦੇ ਹਾਂ। ਜੇ ਪਰਮਾਤਮਾ ਤੋਂ ਬਗੈਰ ਹੋਰ ਕਿਸੇ ਉੱਤੇ ਉਮੀਦਾਂ ਰੱਖੋਗੇ ਤਾਂ ਕੋਈ ਵੀ ਕੰਮ ਸੁਖਦਾਈ ਨਹੀਂ ਹੋਵੇਗਾ। ਤੁਸੀਂ ਹਮੇਸ਼ਾ ਉਮੀਦਾਂ ਦੇ ਸਹਾਰੇ ਜੀਓਗੇ। ਜੇ ਇੱਕ ਉੱਪਰ ਵਾਲੇ ਨਾਲ ਸੰਬੰਧ ਰੱਖੋਗੇ ਤਾਂ 100% ਐਨਰਜੀ ਦੇ ਲੈ ਸਕਦੇ ਹੋ। ਜੇ ਪੂਰੀ ਦੁਨੀਆ ਦੀਆਂ ਖਬਰਾਂ ਨਾਲ ਜੁੜੋਗੇ ਤਾਂ ਤੁਹਾਡੀ ਊਰਜਾ ਵੰਡ ਹੋ ਜਾਵੇਗੀ, ਨਾ ਇੱਥੇ ਦੇ ਨਾ ਉੱਥੇ ਦੇ। ਅਧਿਆਤਮਕਤਾ ਤੁਹਾਨੂੰ ਦੂਸਰਿਆਂ ਦੀਆਂ ਸ਼ਰਤਾਂ ਅਤੇ ਅਧੀਨਤਾ ਨਿਕਾਲਣ ਲਈ ਹੀ ਤਾਂ ਹੈ। ਅਧਿਆਤਮਕਤਾ ਨਾਲ ਤੁਹਾਡੇ ਅੰਦਰ ਇੰਨੀ ਸ਼ਕਤੀ ਭਰ ਜਾਂਦੀ ਹੈ ਕਿ ਤੁਹਾਡੇ ਕੋਲ ਕੋਈ ਹੋਵੇ ਜਾਂ ਨਾ ਹੋਵੇ, ਤੁਸੀਂ ਸੁਖੀ, ਖੁਸ਼, ਸ਼ਾਂਤ ਰਹਿ ਸਕਦੇ ਹੋ। ਫਿਰ ਉਹ ਕਹਾਵਤ ਹੈ ਜੋ ਸਿਆਣੇ ਕਹਿੰਦੇ ਹਨ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਸੁਥਰੇ ਦਾ ਮਤਲਬ ਹੈ ਸਾਫ਼, ਪਵਿੱਤਰ, ਖਾਲਸ।
ਸੁਤਰੇ ਨੂੰ ਆਤਮ ਗਿਆਨ ਹੁੰਦਾ ਹੈ ਕਿ ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ। ਜੇਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ। ਜੋ ਵਿਅਕਤੀ ਸੁਥਰਾ ਖਾਲਸ ਪਵਿੱਤਰ ਬਣ ਜਾਂਦਾ ਹੈ, ਉਸ ਨੂੰ ਗਿਆਨ ਹੋ ਜਾਂਦਾ ਹੈ ਕਿ ਜੇ ਉਸਦੇ ਪਰਿਵਾਰ ਨੂੰ ਜਾਂ ਕਿਸੇ ਨੂੰ ਵੀ ਕੋਈ ਦੁੱਖ ਹੈ ਜਾਂ ਕੋਈ ਸਰੀਰ ਤਿਆਗ ਗਿਆ ਹੈ, ਸਭ ਆਪਣੇ ਆਪਣੇ ਕਰਮਾਂ ਦਾ ਫਲ ਹੈ। ਜੇ ਸੁਥਰਾ ਇਹਦੇ ਵਿੱਚ ਰੋਏ ਪਿੱਟੇਗਾ, ਚੀਕ ਚਹਾੜਾ ਪਾਵੇਗਾ, ਕਿਸੇ ਨੂੰ ਕੋਈ ਵੀ ਫਾਇਦਾ ਨਹੀਂ ਹੋਣੇ ਵਾਲਾ ਹੈ। ਇਹ ਸੁਥਰਾ ਜਾਣਦਾ ਹੈ। ਵਾਤਾਵਰਨ ਵੀ ਨੁਕਸਾਨ ਪਹੁੰਚਾਉਣ ਵਾਲਾ ਬਣੇਗਾ, ਕਿਸੇ ਦਾ ਵੀ ਭਲਾ ਨਹੀਂ ਹੋਵੇਗਾ। ਇਸੇ ਲਈ ਕਹਾਵਤ ਹੈ, ਬਣੀ ਬਣਾਈ ਹੈ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਜੋ ਵੀ ਅਸੀਂ ਜਾਂ ਤੁਸੀਂ ਕੰਮ ਕਰਦੇ ਹੋ, ਉਹਨਾਂ ਵਿੱਚ ਸ਼ਰਤਾਂ ਤਾਂ ਜ਼ਰੂਰੀ ਹਨ, ਪਰ ਉਹ ਸ਼ਰਤਾਂ ਸਭ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਉਸ ਵਿੱਚ ਕੋਈ ਮਜਬੂਰੀ ਨਹੀਂ ਹੋਣੀ ਚਾਹੀਦੀ। ਹਰ ਇੱਕ ਨੂੰ ਸੋਚਣੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਇਹੀ ਹੈ ਮਨ ਦੀ ਅਦਭੁਤ ਸ਼ਕਤੀ ਦਾ ਕਮਾਲ। ਪਰਮਾਤਮਾ ਨੂੰ ਅਸੀਂ ਦੇਖ ਨਹੀਂ ਸਕਦੇ ਕਿਉਂਕਿ ਪਰਮਾਤਮਾ ਨਿਰਾਕਾਰ ਹੈ, ਪਰ ਉਸ ਦੀ ਯਾਦ ਵਿੱਚ ਰਹਿ ਕੇ ਜੋ ਉਸ ਦਾ ਪਿਆਰ ਮਹਿਸੂਸ ਹੁੰਦਾ ਹੈ, ਉਹ ਸਾਡੇ ਵਿੱਚ ਬਹੁਤ ਸੁੰਦਰ ਬਦਲਾਵ ਲਿਆਉਂਦਾ ਹੈ। ਆਪਣੇ ਆਪ ਵਿੱਚ ਸੁੰਦਰ ਬਦਲਾਵ ਉਸ ਦੇ ਹੋਣੇ ਦਾ ਸਾਕਾਰ ਪ੍ਰਮਾਣ ਹੈ। ਅੱਜ ਦੀ ਕਹਾਣੀ ਹੈ, ਭਗਵਾਨ ਨੇ ਨਾਰਦ ਜੀ ਨੂੰ ਆਰਡਰ ਕੀਤਾ ਕਿ ਉਹ ਪ੍ਰਿਥਵੀ ਲੋਕ 'ਤੇ ਜਾ ਕੇ ਭਗਤਾਂ ਦੀ ਸੱਚਾਈ ਦੀ ਜਾਣਕਾਰੀ ਲੈ ਕੇ ਆਵੇ ਤਾਂ ਸਭ ਤੋਂ ਵੱਡਾ ਭਗਤ ਚੁਣਿਆ ਜਾ ਸਕੇ। ਨਾਰਦ ਜੀ ਬਹੁਤ ਵਿਅਕਤੀਆਂ ਨੂੰ ਮਿਲੇ ਜੋ ਕਈ ਘੰਟੇ ਬੈਠੇ ਭਗਵਾਨ ਦੀ ਪੂਜਾ ਵਿੱਚ ਬੈਠੇ ਰਹਿੰਦੇ। ਨਾਰਦ ਜੀ ਨੇ ਸਾਰਿਆਂ ਦਾ ਭਗਤੀ ਕਰਨ ਦਾ ਹਿਸਾਬ ਕਿਤਾਬ ਆਪਣੇ ਖਾਤੇ ਵਿੱਚ ਲਿਖਿਆ। ਇੱਕ ਦਿਨ ਉਸਨੇ ਇੱਕ ਵਿਅਕਤੀ ਨੂੰ ਦਰਖਤਾਂ ਨੂੰ ਪਾਣੀ ਦਿੰਦੇ ਹੋਏ ਦੇਖਿਆ। ਪਾਣੀ ਪਾਉਣ ਬਾਅਦ ਉਹ ਕਹੀ ਨਾਲ ਗੁੱਡਣ ਲੱਗ ਪਿਆ। ਨਾਰਦ ਜੀ ਨੇ ਉਸ ਨੂੰ ਪੁੱਛਿਆ, ਭਰਾ ਜੀ ਤੁਸੀਂ ਕਦੇ ਭਗਵਾਨ ਦੀ ਪੂਜਾ ਕਰਦੇ ਹੋ? ਉਹ ਵਿਅਕਤੀ ਬੋਲਿਆ, ਮਹਾਰਾਜ ਮੈਂ ਜਪ ਪੂਜਾ ਤਾਂ ਨਹੀਂ ਜਾਣਦਾ, ਪਰ ਇਹ ਜਾਣਦਾ ਹਾਂ ਕਿ ਸਭ ਜੀਵ ਭਗਵਾਨ ਦੀ ਸੰਤਾਨ ਹਨ, ਇਸ ਲਈ ਉਹਨਾਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹਾਂ। ਰੋਜ਼ ਨਵੇਂ ਦਰਖਤ ਲਾਉਂਦਾ ਹਾਂ ਤਾਂ ਕਿ ਬੜੇ ਹੋ ਕੇ ਉਹ ਪਸ਼ੂ ਪੰਛੀਆਂ ਦੀ ਭੁੱਖ ਤ੍ਰਿਪਤ ਕਰ ਸਕਣ। ਪੁਰਾਣੇ ਲਾਏ ਹੋਏ ਦਰਖਤਾਂ ਨੂੰ ਸਿੰਜਦਾ ਹਾਂ ਤਾਂ ਕਿ ਆਉਂਦੇ ਜਾਂਦੇ ਰਾਹੀਆਂ ਨੂੰ ਛਾਂ ਅਤੇ ਫਲ ਦੇ ਸਕਣ। ਨਾਰਦ ਜੀ ਨੇ ਇਸ ਵਿਅਕਤੀ ਦਾ ਕੀਤਾ ਹੋਇਆ ਕੰਮ ਵੀ ਖਾਤੇ ਵਿੱਚ ਲਿਖ ਦਿੱਤਾ ਅਤੇ ਸਾਰਾ ਹਿਸਾਬ ਕਿਤਾਬ ਭਗਵਾਨ ਨੂੰ ਦੇ ਦਿੱਤਾ। ਭਗਵਾਨ ਨੇ ਜੋ ਭਗਤ ਘੰਟਿਆਂ ਬੱਧੀ ਬੈਠੇ ਪੂਜਾ ਦੀ ਰਸਮ ਰਿਵਾਜ ਵਿੱਚ ਲੱਗੇ ਰਹਿੰਦੇ ਸੀ, ਉਹਨਾਂ ਦੀ ਬਜਾਏ ਦਰਖਤ ਲਾਉਣ ਵਾਲੇ ਵਿਅਕਤੀ ਨੂੰ ਸਭ ਤੋਂ ਵੱਡਾ ਭਗਤ ਚੁਣਿਆ ਗਿਆ। ਸਤਿ ਸ੍ਰੀ ਅਕਾਲ।